ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸਟੂਡੈਂਟਸ, ਅੱਜ ਆਪਾਂ ਜਿਹੜੇ ਟੌਪਿਕ ਬਾਰੇ ਡਿਸਕਸ਼ਨ ਕਰਨੀ ਹੈ ਉਸ ਟੌਪਿਕ ਦਾ ਨਾਮ ਹੈ ਜੀ ਪੀਐਚ ਸਕੇਲ। ਸੋ ਪੀਐਚ ਸਕੇਲ, ਇਸ ਸਕੇਲ ਦੀ ਹੈਲਪ ਦੇ ਨਾਲ ਅਸੀਂ ਕਿਸੇ ਵੀ ਸੋਲਿਊਸ਼ਨ ਦੀ ਐਸਿਡਿਕ, ਬੇਸਿਕ ਜਾਂ ਨਿਊਟਰਲ ਨੇਚਰ ਬਾਰੇ ਦੱਸ ਸਕਦੇ ਹਾਂ। ਪੀਐਚ ਸਕੇਲ ਬਾਰੇ ਡਿਸਕਸ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਡਿਸਕਸ ਕਰਨਾ ਚਾਹੂੰਗੀ। ਉਹ ਚੀਜ਼ ਹੈ ਕਿ ਸੈਲਫ ਆਇਓਨਾਈਜੇਸ਼ਨ ਆਫ ਵਾਟਰ, that is self ionization of water, self ionization of water, ਸੈਲਫ ਆਇਓਨਾਈਜੇਸ਼ਨ ਆਫ ਵਾਟਰ ਦੀ ਸੈਲਫ ਆਇਓਨਾਈਜੇਸ਼ਨ ਅਸੀਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸੋ ਵਾਟਰ ਦੀ ਸੈਲਫ ਆਇਓਨਾਈਜੇਸ਼ਨ ਦਾ ਮਤਲਬ ਹੁੰਦਾ ਕਿਸੇ ਵੀ ਚੀਜ਼ ਦਾ ਆਇਨਸ ਦੇ ਵਿੱਚ ਬ੍ਰੇਕ ਹੋਣਾ। ਜਿਸ ਤਰ੍ਹਾਂ ਮੇਰੇ ਕੋਲ ਸੋਡੀਅਮ ਕਲੋਰਾਈਡ ਹੈ, ਰਾਈਟ। ਇਸ ਸਾਲਟ ਦਾ ਇੱਕ ਹਿੱਸਾ ਪੋਜ਼ਿਟਿਵ ਹੈ ਔਰ ਇੱਕ ਹਿੱਸਾ ਨੈਗੇਟਿਵ ਹੈ। ਜਦੋਂ ਅਸੀਂ ਇਸ ਸਾਲਟ ਨੂੰ ਮੈਲਟ ਕਰ ਲਈਏ ਜਾਂ ਕਿਸੇ ਸੋਲਵੈਂਟ ਦੇ ਵਿੱਚ ਡਿਜ਼ੋਲਵ ਕਰ ਲਈਏ, ਇਹਦੀ ਆਇਓਨਾਈਜੇਸ਼ਨ ਹੋ ਜਾਂਦੀ ਹੈ। ਸੋਡੀਅਮ ਆਇਨ ਸੈਪਰੇਟ ਆਊਟ ਹੋ ਜਾਂਦੇ ਆ ਤੇ ਕਲੋਰਾਈਡ ਆਇਨ ਸੈਪਰੇਟ ਆਊਟ ਹੋ ਜਾਂਦੇ ਆ। ਐਂਡ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਆਇਓਨਾਈਜੇਸ਼ਨ, ਰਾਈਟ। ਇਸੇ ਤਰ੍ਹਾਂ ਅਸੀਂ ਵਾਟਰ ਦੀ ਆਇਓਨਾਈਜੇਸ਼ਨ ਪੜ੍ਹਨੀ ਆ। ਵਾਟਰ ਦੀ ਆਇਓਨਾਈਜੇਸ਼ਨ ਦੇ ਵਿੱਚ ਅਸੀਂ ਵਾਟਰ ਦੇ ਦੋ ਮੋਲੀਕਿਊਲ ਲੈਣੇ ਆ, H2O, ਰਾਈਟ। ਸੋ ਵਾਟਰ ਦੇ ਦੋ ਮੋਲੀਕਿਊਲ ਆਪਸ ਦੇ ਵਿੱਚ ਰਿਐਕਟ ਕਰਕੇ ਇਹ ਦੋ ਆਇਨ ਸਾਡੇ ਕੋਲ ਬਣਾਉਂਦੇ ਆ ਹਾਈਡਰੋਨੀਅਮ ਆਇਨ, ਐਂਡ ਦੂਸਰਾ ਆਇਨ ਕਿਹੜਾ ਹੈ ਸਾਡੇ ਕੋਲ, OH ਆਇਨ, ਹਾਈਡਰੋਕਸਾਈਡ ਆਇਨ। ਸੋ ਦਿਸ ਆਇਨ ਇਜ਼ ਹਾਈਡਰੋਨੀਅਮ ions and this ion is hydroxide ions, right। ਹਾਈਡਰੋਨੀਅਮ ਆਇਨ ਜਾਂ ਹਾਈਡਰੋਕਸਾਈਡ ਆਇਨ ਸਾਡੇ ਕੋਲ ਬਣਾਉਂਦੇ ਆ। ਔਰ ਇਹ ਸੈਲਫ ਆਇਓਨਾਈਜੇਸ਼ਨ ਹੁੰਦੀ ਕੀ ਹੈ, ਜੇ ਅਸੀਂ ਵਾਟਰ ਨੂੰ ਇਸ ਤਰੀਕੇ ਦੇ ਨਾਲ ਅਜ਼ਿਊਮ ਕਰ ਲਈਏ, ਆਹ ਹਿੱਸਾ ਵਾਟਰ ਦਾ ਨੈਗੇਟਿਵ ਹੈ, ਆਹ ਹਿੱਸਾ ਪੋਜ਼ਿਟਿਵ ਹੈ। ਨੈਕਸਟ ਸਾਡੇ ਕੋਲ ਫਿਰ ਆਹ ਹਿੱਸਾ ਵਾਟਰ ਦਾ ਪੋਜ਼ਿਟਿਵ ਹੈ, ਆਹ ਹਿੱਸਾ ਸਾਡੇ ਕੋਲ ਵਾਟਰ ਦਾ ਕੀ ਹੈ, ਨੈਗੇਟਿਵ ਹੈ, ਰਾਈਟ। ਇਹਦੇ ਵਿੱਚੋਂ ਹਾਈਡਰੋਜਨ ਆਇਨ ਅਸੀਂ ਰਿਮੂਵ ਕਰਕੇ ਇੱਥੇ ਲਗਾ ਦੇਣੇ ਆ। ਸਾਡੇ ਕੋਲ ਇਹ ਆਇਨ ਇਸ ਤਰੀਕੇ ਨਾਲ ਬਣ ਜੂਗਾ। ਸੋ ਦੈਟ ਇਜ਼ H। ਹੁਣ ਦੋ ਆਲਰੇਡੀ ਹਾਈਡਰੋਜਨ ਸੀਗੀਆਂ, ਇੱਕ ਹੋਰ ਐਡ ਹੋ ਗਈ, H3O ਪੋਜ਼ਿਟਿਵ ਆਇਨ ਬਣ ਗਈ। ਦਿਸ ਆਇਨ ਇਜ਼ ਨੋਨ ਐਜ਼ ਹਾਈਡਰੋਨੀਅਮ ਆਇਨ। ਔਰ ਲਾਸਟ ਜਿਹੜੇ ਆਇਨ ਬਚ ਜਾਂਦੇ ਉਹ ਕਿਹੜੇ ਆ, ਹਾਈਡਰੋਕਸਾਈਡ ਆਇਨ। ਸੋ ਜਦੋਂ ਪਾਣੀ ਦੀ ਸੈਲਫ ਆਇਓਨਾਈਜੇਸ਼ਨ ਹੁੰਦੀ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਆਇਨ ਪ੍ਰੈਜ਼ੈਂਟ ਹੁੰਦੇ ਆ। ਵਨ ਇਜ਼ ਹਾਈਡਰੋਨੀਅਮ ਆਇਨ, ਅਦਰ ਵਨ ਇਜ਼ OH ਆਇਨ। ਔਰ ਪਾਣੀ ਦੀ ਨੇਚਰ ਕੀ ਹੈ, ਵਾਟਰ ਇਜ਼ ਨਿਊਟਰਲ ਇਨ ਨੇਚਰ। ਨਿਊਟਰਲ ਮਤਲਬ ਕਿ ਆ ਜਿਹੜੇ ਹਾਈਡਰੋਨੀਅਮ ਆਇਨ ਹੈ, ਇਹਨਾਂ ਦੀ ਨੇਚਰ ਐਸਿਡਿਕ ਹੁੰਦੀ ਆ, ਰਾਈਟ। ਐਂਡ ਦਿਸ ਇਜ਼ ਬੇਸਿਕ। OH ਆਇਨ ਬੇਸਿਕ ਨੇਚਰ ਦੇ ਹੁੰਦੇ ਆ। ਔਰ ਵਾਟਰ ਐਜ਼ ਏ ਹੋਲ ਨਿਊਟਰਲ ਹੁੰਦਾ ਕਿਉਂਕਿ ਇਹਦੇ ਵਿੱਚ ਹਾਈਡਰੋਨੀਅਮ ਆਇਨਸ ਦੀ ਕੰਸਨਟ੍ਰੇਸ਼ਨ OH ਆਇਨਸ ਦੀ ਕੰਸਨਟ੍ਰੇਸ਼ਨ ਦੇ ਬਰਾਬਰ ਹੁੰਦੀ ਹੈ। ਇਟ ਇਜ਼ 1 × 10⁻⁷ ਮੋਲ ਪਰ ਲੀਟਰ, ਰਾਈਟ। ਸੋ ਹਾਈਡਰੋਨੀਅਮ ਆਇਨ ਤੇ OH ਆਇਨ ਦੀ ਕੰਸਨਟ੍ਰੇਸ਼ਨ ਕਿੰਨੀ ਹੈ, 1 × 10⁻⁷ ਮੋਲ ਪਰ ਲੀਟਰ। ਔਰ ਇਹਨਾਂ ਦੋਨਾਂ ਆਇਨ ਦੀ ਕੰਸਨਟ੍ਰੇਸ਼ਨ ਬਰਾਬਰ ਹੁੰਦੀ ਹੈ। ਸੋ ਦੈਟਸ ਵਾਈ ਵਾਟਰ ਇਜ਼ ਨਿਊਟਰਲ ਇਨ ਨੇਚਰ, ਰਾਈਟ। ਸੋ ਇਸ ਕਰਕੇ ਪਾਣੀ ਦੇ ਵਿੱਚ ਦੋਨਾਂ ਆਇਨ ਦੀ ਕੰਸਨਟ੍ਰੇਸ਼ਨ ਬਰਾਬਰ ਹੋਣ ਕਰਕੇ ਅਸੀਂ ਪਾਣੀ ਦੀ ਜਿਹੜੀ ਸਾਡੇ ਕੋਲ ਨੇਚਰ ਹੈ ਉਹ ਨਿਊਟਰਲ ਮੰਨਦੇ ਆ, ਠੀਕ ਹੈ, ਰਾਈਟ। ਹੁਣ ਸਾਡੇ ਕੋਲ ਜਿਹੜੀ ਪੀਐਚ ਸਕੇਲ ਹੈ, ਵਟ ਇਜ਼ ਦਿਸ ਪੀਐਚ ਸਕੇਲ? ਪੀਐਚ ਸਕੇਲ, ਪੀਐਚ ਸਕੇਲ ਸਟੂਡੈਂਟਸ, ਵਰਡ ਪੀਐਚ ਜਿਹੜਾ ਹੈ, ਵਰਡ ਪੀਐਚ ਜਿਹੜਾ ਹੈ ਇਹ ਡੈਨਿਸ਼ ਵਰਡ ਹੈ, DANISH, ਡੈਨਿਸ਼ ਵਰਡ ਹੈ। ਸੋ ਇਸ ਵਰਡ ਦਾ ਮਤਲਬ ਹੁੰਦਾ that is potent dehydrogen ions, that is potent dehydrogen ion, पोटेंट डिहाइड्रोजन आयन मतलब पावर ऑफ हाइड्रोजन आयन, जिसका मतलब है पावर ऑफ हाइड्रोजन
ਆਇਨਸ ਰਾਈਟ। ਸੋ ਇਸ pH ਸਕੇਲ ਦੇ ਨਾਲ ਅਸੀਂ ਕਿਸੇ ਵੀ ਸੋਲੂਸ਼ਨ ਦੀ ਐਸਿਡਿਕ ਜਾਂ ਬੇਸਿਕ ਨੇਚਰ ਨਾਪ ਸਕਦੇ ਆ। ਅਦਰਵਾਈਜ਼ ਵਾਟਰ ਨਿਊਟਰਲ ਹੈ ਰਾਈਟ। ਜੇ ਅਸੀਂ ਵਾਟਰ ਦੇ ਵਿੱਚ ਕੁਝ ਬੂੰਦਾਂ ਐਸਿਡ ਦੀਆਂ ਪਾ ਦਈਏ ਰਾਈਟ, ਇਹ ਜੇ ਅਸੀਂ ਵਾਟਰ ਦੇ ਵਿੱਚ ਐਸਿਡ ਐਡ ਕਰ ਦਈਏ ਤਾਂ ਵਾਟਰ ਦੀ ਨੇਚਰ ਕੀ ਹੋ ਜੂਗੀ, ਐਸਿਡਿਕ। ਐਸਿਡਿਕ ਮਤਲਬ ਵਾਟਰ ਦੇ ਵਿੱਚ ਜਿਹੜੇ ਹਾਈਡਰੋਨੀਅਮ ਆਇਨ ਹੈ H3O ਪੋਜ਼ਿਟਿਵ ਆਇਨ, ਉਹਨਾਂ ਦੀ ਕੰਸਨਟ੍ਰੇਸ਼ਨ ਵੱਧ ਜਾਣੀ ਆ। ਔਰ ਜੇ ਅਸੀਂ ਵਾਟਰ ਦੇ ਵਿੱਚ ਬੇਸ ਐਡ ਕਰ ਦਈਏ ਰਾਈਟ, ਬੇਸ ਐਡ ਕਰਨ ਕਰਕੇ ਇਹਦੇ ਵਿੱਚ OH ਆਇਨ ਦੀ ਕੰਸਨਟ੍ਰੇਸ਼ਨ ਵੱਧ ਜਾਣੀ ਆ। OH ਆਇਨ ਦੀ ਕੰਸਨਟ੍ਰੇਸ਼ਨ ਵਧਣ ਕਰਕੇ ਵਾਟਰ ਦੀ ਨੇਚਰ ਕੀ ਹੋ ਜਾਂਦੀ ਹੈ, ਇਟ ਬਿਕਮ ਬੇਸਿਕ ਇਨ ਨੇਚਰ ਰਾਈਟ। ਸੋ ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਵਧਣ ਕਰਕੇ ਹਾਈਡਰੋਨੀਅਮ ਆਇਨ ਦੀ ਕੰਸਨਟ੍ਰੇਸ਼ਨ ਵੱਧ ਜਾਂਦੀ ਹੈ, OH ਆਇਨ ਦੀ ਕੰਸਨਟ੍ਰੇਸ਼ਨ ਵੱਧ ਜਾਂਦੀ ਹੈ। ਸੋ ਵਾਟਰ ਬਿਕਮ ਐਸਿਡਿਕ ਔਰ ਬੇਸਿਕ ਇਨ ਨੇਚਰ ਰਾਈਟ। ਹੁਣ ਰਾਜੇ ਸਾਡੇ ਕੋਲ ਨੈਕਸਟ pH ਸਕੇਲ ਕੀ ਹੈ। ਸੋ pH ਸਕੇਲ ਦੀ ਹੈਲਪ ਨਾਲ ਅਸੀਂ ਕਿਸੇ ਵੀ ਸੋਲੂਸ਼ਨ ਦੀ ਐਸਿਡਿਕ ਜਾਂ ਬੇਸਿਕ ਨੇਚਰ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਸੋ ਵਟ ਇਜ਼ ਦਿਸ pH ਸਕੇਲ ਜਾਂ pH ਦੀ ਡੈਫੀਨੇਸ਼ਨ ਸਿੰਪਲੀ, ਵਟ ਇਜ਼ ਦਿਸ pH? pH of a solution, pH of a solution is defined as negative logarithm of its hydronium ion H3O positive ion, hydronium ion concentration. So what is pH? pH of a solution is defined as negative logarithm of its hydronium ion concentration. Or mathematically ਕਿਸੇ ਵੀ ਸੋਲੂਸ਼ਨ ਦੀ pH ਕਿਹਦੇ ਬਰਾਬਰ ਹੈ, pH is equal to negative log of concentration of hydronium ion, right? So you may also write here it is pH is equal to log of 1 over concentration of hydronium ion, ठीक है। Hence pH of a solution is defined as logarithm of reciprocal of hydronium ion concentration, right? ਜੇ ਸਾਡੇ ਕੋਲ ਕੋਈ ਵੀ solution neutral ਹੈ, for example for neutral solution, अलग-अलग cases आप लेने लग गए हो ना। for neutral solution ਜੇ ਮੰਨ ਲਓ ਕੋਈ ਵੀ ਸੋਲੂਸ਼ਨ ਸਾਡੇ ਕੋਲ ਨਿਊਟਰਲ ਹੈ, ਨਿਊਟਰਲ ਸੋਲੂਸ਼ਨ ਦਾ ਮਤਲਬ ਇਹਦੇ ਵਿੱਚ OH ਔਰ ਹਾਈਡਰੋਨੀਅਮ ਆਇਨ ਦੀ ਕੰਸਨਟ੍ਰੇਸ਼ਨ ਬਰਾਬਰ ਹੈ। ਤਾਂ ਇਹਦਾ ਮਤਲਬ ਜਿਹੜਾ ਨਿਊਟਰਲ ਸੋਲੂਸ਼ਨ ਹੈ ਉਹਦੇ ਵਿੱਚ ਹਾਈਡਰੋਨੀਅਮ ਆਇਨ ਦੀ ਕੰਸਨਟ੍ਰੇਸ਼ਨ, ਬੇਟਾ ਜਦੋਂ ਹਾਈਡਰੋਨੀਅਮ ਆਇਨ ਦੀ ਜਾਂ ਕਿਸੇ ਵੀ ਆਇਨ ਦੀ ਕੰਸਨਟ੍ਰੇਸ਼ਨ ਲਿਖਣੀ ਆ, ਆਇਨ ਵਿੱਚ ਲਿਖ ਕੇ ਅਸੀਂ ਉਹਦੇ ਆਲੇ ਦੁਆਲੇ ਸਕੁਏਅਰ ਬ੍ਰੈਕਟ ਪਾ ਦਿੰਦੇ ਆ। ਇਹਨੂੰ ਇਹਦੀ ਐਕਟੀਵਿਟੀ ਵੀ ਕਹਿੰਦੇ ਆ ਔਰ ਕੰਸਨਟ੍ਰੇਸ਼ਨ ਵੀ ਕਹਿੰਦੇ ਆ, ਠੀਕ ਹੈ। ਸੋ ਹਾਈਡਰੋਨੀਅਮ ਆਇਨ ਕੰਸਨਟ੍ਰੇਸ਼ਨ ਦੈਟ ਇਜ਼ ਇਹ ਸਾਡੇ ਕੋਲ ਕਿੰਨੀ ਆ, 10 raised to power 1 into 10 raised to power -7। ਜੇ ਸੋਲੂਸ਼ਨ ਸਾਡੇ ਕੋਲ ਨਿਊਟਰਲ ਹੈ ਤਾਂ ਹਾਈਡਰੋਨੀਅਮ ਆਇਨ ਦੀ ਕੰਸਨਟ੍ਰੇਸ਼ਨ ਇੰਨੀ ਹੁੰਦੀ ਹੈ ਐਟ 298 Kelvin temperature, right? So how you will define this pH now? So pH the formula ki hai, pH is equal to negative log of concentration of hydronium ion, that is H3O positive ion, और H3O positive ion की concentration साढ़े कोल कितनी है, this one 1 into 10 raised to power -7। ये वैल्यू असी सब्सटीट्यूट कर दिए तो यदि pH की बराबर आ जाएगी नेगेटिव लॉग ऑफ 1 into 10 raised to power -7, 1 into 10 raised to power -7, right? और इनू असी नॉर्मली
10 raised to power minus 7 ही लिखते हैं. So you may write here that is negative log of concentration of, that is 10 raised to power minus 7. So you may write it like a 7 अगे आ जाऊगा. log ਨੂੰ ਜਦੋਂ ਅਸੀਂ simplify करना, log minus minus plus हो जाऊगा. 7 log 10 आ गया साढ़े कोल, right? log 10 ਦੀ वैल्यू, now log 10 is equal to 1, राइट? तो इस करके ਜਿਹੜਾ ਸਾਡੇ ਕੋਲ न्यूट्रल सोल्यूशन है ਉਹਦੀ pH कितनी आ गई? इट्स pH इज इक्वल टू 7, राइट? log 10 की वैल्यू 1 आ गई, 7 ਨੂੰ 1 ਨਾਲ ਮਲਟੀਪਲਾਈ ਕਰੋ, 7 ही रह ਜਾਂਦਾ. सो न्यूट्रल सोल्यूशन की pH कितनी आ गई ਸਾਡੇ ਕੋਲ? 7 आ गई. ਹੁਣ ਰਾਜੇ ਜੇ ਸਾਡੇ ਕੋਲ सोल्यूशन एसिडिक है, फॉर एसिडिक सोल्यूशन, फॉर एसिडिक सोल्यूशन, एसिडिक सोल्यूशन ਦੇ ਵਿੱਚ मतलब हाइड्रोनियम आयन की कंसनट्रेशन बढ़ जाती है. सो कंसनट्रेशन ऑफ हाइड्रोनियम आयन विल बी ग्रेटर दैन 10 रेज टू पावर माइनस 7, राइट? जे यदि कंसनट्रेशन 10 रेज टू पावर माइनस 7 नालों ज़्यादा होगी, राइट, दैन इट्स pH विल बी लैस दैन 7, तद यदि pH 7 दे नालों नीचे होगी. फॉर बेसिक सोल्यूशन सैकेंड केस, पहला केस असी लिता सीगा फॉर न्यूट्रल सोल्यूशन. पहला केस साडे कोल सीगा, फर्स्ट केस फॉर न्यूट्रल सोल्यूशन, सेकेंड केस फॉर एसिडिक सोल्यूशन, सो pH विल बी लैस दैन 7. थर्ड केस आ गया फॉर न्यूट्रल सोल्यूशन, सॉरी फॉर बेसिक सोल्यूशन. बेसिक सोल्यूशन, for basic solution, so pH how you will calculate? बेसिक सोल्यूशन वास्ते जी हाइड्रोनियम आयन की, हूँ राजे असी इत्थे हाइड्रोनियम आयन की कंसनट्रेशन ही लैनी आ, OH आयन की कंसनट्रेशन नहीं लैनी. फॉर बेसिक सोल्यूशन कंसनट्रेशन ऑफ हाइड्रोनियम आयन शुड बी लैस दैन 10 रेज टू पावर माइनस 7. जे यदि वैल्यू 10 रेज टू पावर माइनस 7 नालों घट है तो यदि जी pH होगी दैट विल ऑलवेज बी ग्रेटर दैन 7. सो कुल मिला के जे सोल्यूशन एसिडिक है, असी केड़ी ऑब्जर्वेशन कड्डियां है? फॉर एसिडिक सोल्यूशन pH शुड बी less than 7. For basic solution, pH should be greater than 7. And for neutral solution, pH should be equal to 7. So these are the observation about the pH value, right? Is this clear? सो अगे आ गया साढ़े कोल होर इस तो इलावा आप pH दे बारे की डिस्कस करना. एसिडिक बेसिक वगैरह दी pH सानू पता लग गई. हुण राजे pH स्केल बारे डिस्कस करना है. सो एक ये तो होगी pH, एक होर वैल्यू हुंदी है जिन्हों असी कहने आ POH. POH की चीज़ है. व्हाट इज दिस POH? POH इज इक्वल टू negative log of concentration of OH ion. Negative log of concentration of OH ion. So POH negative log of concentration of OH ion. हुण राजे जेड़ा साडे कोल aqueous solution है, so POH this one, thus in aqueous solution when प्रोडक्ट ऑफ हाइड्रोजन आयन या हाइड्रोनियम आयन कह लो या OH आयन इज इक्वल टू 10 रेज टू पावर माइनस 14, राइट? इनू असी हाइड्रोनियम आयन लिख लेने ताकि सानू सौखा रहे. प्रोडक्ट ऑफ हाइड्रोनियम आयन एंड OH आयन वाटर के केस के इन्होंने दोनों की वैल्यू कि बराबर आती है 10 रेज टू पावर माइनस
14 ਦੇ ਬਰਾਬਰ। ਇਹ ਸੈਲਫ ਆਇਓਨਾਈਜੇਸ਼ਨ ਦੇ ਥਰੂ ਸਾਡੇ ਕੋਲ ਇਹ ਇਕੁਏਸ਼ਨ ਆਉਂਦੀ ਹੈ ਰਾਈਟ। ਦੋਨਾਂ ਸਾਈਡਾਂ ਤੇ ਲੌਗ ਲੈ ਲਓ ਤੁਸੀਂ। ਸੋ ਲੌਗ ਲਵਾਂਗੇ ਦੋਨਾਂ ਸਾਈਡਾਂ ਦੇ, ਟੇਕਿੰਗ ਲੌਗਸ we get ਦੋਨਾਂ ਸਾਈਡਾਂ ਤੇ ਲੌਗ ਲੈ ਲਈਏ, ਇੱਧਰਲੀ ਸਾਈਡ ਤੇ ਵੀ ਲੌਗ ਲੈ ਲਈਏ, ਇੱਧਰਲੀ ਸਾਈਡ ਤੇ ਵੀ ਲੌਗ ਲੈ ਲਈਏ, ਸਾਡੇ ਕੋਲ ਆਨਸਰ ਕੀ ਆਊਗਾ? ਤੁਸੀਂ ਇੱਥੇ ਫਾਰਮੂਲਾ ਲਗਾਓਗੇ log a into log b। ਇਹ ਕਿਹਦੇ ਬਰਾਬਰ ਹੁੰਦਾ? log a plus log b ਦੇ ਬਰਾਬਰ। ਇਸ ਤਰੀਕੇ ਨਾਲ ਇਹ ਇਕੁਏਸ਼ਨ ਨੂੰ ਅਸੀਂ ਸੋਲਵ ਕਰਨਾ। ਜੇ ਦੋਨਾਂ ਸਾਈਡਾਂ ਤੇ log ਲਵਾਂਗੇ ਸਾਡੇ ਕੋਲ ਫਾਰਮੂਲਾ ਕੀ ਆਊਗਾ? ਸੋ ਦੋਨਾਂ ਸਾਈਡਾਂ ਤੇ log ਲਾ ਕੇ log of concentration of hydronium ion plus log of concentration of OH ion is equal to, so a value see 10 raised to power minus 14 ਦੇ ਬਰਾਬਰ, so it will be log of 10 raised to power minus 14। simplify करो log so this value you may write here log of concentration of hydronium ion plus log of concentration of OH ion is equal to, so ਇੱਥੇ ਆ ਜਾਊਗਾ ਸਾਡੇ ਕੋਲ minus 14 ਅੱਗੇ ਆ ਜਾਊਗਾ minus 14 log 10 right। ਦੋਨਾਂ ਸਾਈਡਾਂ ਤੇ ਮਾਈਨਸ ਨਾਲ ਮਲਟੀਪਲਾਈ ਕਰੋ, ਮਲਟੀਪਲਾਈ ਵਿਦ ਮਾਈਨਸ ਨੈਗੇਟਿਵ ਸਾਈਨ ਨਾਲ ਦੋਨਾਂ ਸਾਈਡਾਂ ਤੇ ਮਲਟੀਪਲਾਈ ਕਰ ਦੋ। ਸਾਡੇ ਕੋਲ ਕੀ ਆ ਜਾਊਗਾ? ਮਾਈਨਸ ਲੌਗ ਆਫ ਕੰਸਨਟ੍ਰੇਸ਼ਨ ਆਫ ਹਾਈਡਰੋਨੀਅਮ ਆਇਨ ਰਾਈਟ। ਸੋ ਦੈਨ ਅਗੇਨ ਮਾਈਨਸ ਲੌਗ ਆਫ ਕੰਸਨਟ੍ਰੇਸ਼ਨ ਆਫ OH ਆਇਨ। ਇਹਨੂੰ ਆਪਾਂ ਇਸ ਤਰੀਕੇ ਨਾਲ ਇਜ਼ ਇਕੁਅਲ ਟੂ, ਇੱਥੇ ਮਾਈਨਸ ਮਾਈਨਸ ਪਲੱਸ ਹੋ ਜਾਂਦੀ ਹੈ 14 log 10, log 10 ਦੀ ਵੈਲਿਊ ਹੁੰਦੀ ਹੈ 1, ਸੋ ਦੈਟ ਇਜ਼ ਇਕੁਅਲ ਟੂ 14 ਰਾਈਟ। ਹੁਣ ਰਾਜੇ ਅਸੀਂ ਇਹਨੂੰ ਇੱਦਾਂ ਵੀ ਲਿਖ ਸਕਦੇ ਹਾਂ ਨੈਗੇਟਿਵ log ਆਫ ਕੰਸਨਟ੍ਰੇਸ਼ਨ ਆਫ ਹਾਈਡਰੋਨੀਅਮ ਆਇਨ ਰਾਈਟ। ਇੱਥੇ ਪੋਜ਼ਿਟਿਵ ਸਾਈਨ ਪਾ ਦਿਓ। ਨੈਗੇਟਿਵ log ਆਫ ਕੰਸਨਟ੍ਰੇਸ਼ਨ ਆਫ OH ਆਇਨ ਇਜ਼ ਇਕੁਅਲ ਟੂ 14। ਸੋ ਆ ਜਿਹੜੀ ਵੈਲਿਊ ਹੈ ਦਿਸ ਵਨ ਇਟ ਇਜ਼ ਇਕੁਅਲ ਟੂ PH ਔਰ ਆ ਜਿਹੜੀ ਵੈਲਿਊ ਹੈ ਦੈਟ ਇਜ਼ ਇਕੁਅਲ ਟੂ POH ਔਰ ਦੋਨਾਂ ਦਾ ਸਮ ਕਿਹਦੇ ਬਰਾਬਰ ਹੈਗਾ? ਇਟ ਇਜ਼ ਇਕੁਅਲ ਟੂ 14। ਸੋ PH plus POH ਦਿਸ ਇਜ਼ ਇਕੁਅਲ ਟੂ 14। ਇਹ ਵੀ ਇਕੁਏਸ਼ਨ ਜਿਹੜੀ ਹੈ ਉਹ ਤੁਸੀਂ ਯਾਦ ਰੱਖਣੀ ਹੈ, ਸਾਨੂੰ ਅੱਗੇ ਨੂਮੈਰੀਕਲਸ 'ਚ ਇਹਨਾਂ ਦੀ ਜ਼ਰੂਰਤ ਪੈਣੀ ਆ। ਸੋ ਕਿਸੇ ਵੀ ਸੋਲੂਸ਼ਨ ਦੀ PH ਤੇ POH ਦਾ ਦੋਨਾਂ ਦਾ ਸਮ ਕਿੰਨਾ ਆਉਂਦਾ? 14 ਆਉਂਦਾ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੀ PH ਸਕੇਲ ਬਣਾਈ ਆ ਉਹਦੇ ਵਿੱਚ PH ਤੇ POH ਦਾ ਸਮ ਕਿਹਦੇ ਬਰਾਬਰ ਲਿੱਤਾ? 14 ਦੇ ਬਰਾਬਰ। ਸੋ ਇਹ ਸਕੇਲ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਹੈ? ਲੈਟ ਅਸ ਸੀ ਰਾਈਟ। ਇੱਥੇ ਜਿੱਥੇ ਸਾਡੇ ਕੋਲ PH 7 ਹੈ, this is PH, ਜਿੱਥੇ ਸਾਡੇ ਕੋਲ 7 ਹੈ, 7 PH ਵਾਲਾ ਸੋਲੂਸ਼ਨ ਕੀ ਹੁੰਦਾ? this solution is neutral right। ਹੁਣ ਜਿਵੇਂ ਜਿਵੇਂ ਅਸੀਂ ਇੱਧਰ ਨੂੰ ਜਾਂਦੇ ਆ ਸੋਲੂਸ਼ਨ ਦੀ PH ਕੀ ਹੁੰਦੀ ਜਾਂਦੀ ਆ? ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਇੱਧਰ ਨੂੰ ਆਉਂਦੇ ਆ ਸੋਲੂਸ਼ਨ ਦੀ PH ਜਿਹੜੀ ਆ ਉਹ ਘਟਦੀ ਜਾਂਦੀ ਹੈ। ਸੋ 7, ਸੋ ਇਸ ਤਰੀਕੇ ਦੇ ਨਾਲ ਜਦੋਂ ਇੱਧਰ ਨੂੰ ਜਾਂਦੇ ਆ ਤਾਂ ਐਸਿਡਿਕ ਸਟਰੈਂਥ ਵੱਧਦੀ ਆ, ਐਸਿਡਿਕ ਸਟਰੈਂਥ ਇਨਕਰੀਜ਼ਸ। ਜਦੋਂ ਇੱਧਰੋਂ ਇੱਧਰ ਨੂੰ ਜਾਈਦਾ ਬੇਸਿਕ ਸਟਰੈਂਥ ਇਨਕਰੀਜ਼ਸ। ਸੋ 7 ਤੋਂ ਬਾਅਦ ਸਾਡੇ ਕੋਲ ਇੱਥੇ 0 1 2 3 4 5 6 and this one is 7। 7 to onward 8 9 10 11 12 13 and this one is 14 right। so 0 ਜਿਹੜੇ ਵੀ solution ਦੀ pH 0 ਹੈ that is highly acidic in nature।
ਤਾਂ ਕਿਸੇ ਵੀ ਸੋਲੂਸ਼ਨ ਦੀ ਪੀਐਚ ਜਿੰਨੀ ਜ਼ਿਆਦਾ ਘੱਟ ਹੋਊਗੀ ਓਨੀ ਉਹਦੀ ਐਸਿਡਿਕ ਸਟਰੈਂਥ ਜਿਹੜੀ ਆ ਜ਼ਿਆਦਾ ਹੋਊਗੀ। ਉਹਦੇ ਉਲਟ ਜੇ ਕਿਸੇ ਸੋਲੂਸ਼ਨ ਦੀ ਪੀਐਚ ਵੈਲਿਊ ਜ਼ਿਆਦਾ ਹੈ, ਮੰਨ ਲਓ 14 13 12, ਜਿਵੇਂ ਪੀਐਚ ਵੈਲਿਊ ਵੱਧਦੀ ਜਾਊਗੀ 7 ਤੋਂ ਔਨਵਰਡ ਓਨੀ ਉਹਦੀ ਬੇਸਿਕ ਸਟਰੈਂਥ ਵੱਧਦੀ ਜਾਊਗੀ। ਤਾਂ ਐਸਿਡਿਕ ਸਟਰੈਂਥ ਘੱਟ ਹੋਣ ਤੇ ਜ਼ਿਆਦਾ ਹੈ ਤੇ ਬੇਸਿਕ ਸਟਰੈਂਥ ਪੀਐਚ ਜ਼ਿਆਦਾ ਹੋਣ ਤੇ ਜ਼ਿਆਦਾ ਹੈ। ਤਾਂ ਜਦੋਂ ਅਸੀਂ ਇੱਧਰ ਤੋਂ ਇੱਧਰ ਨੂੰ ਜਾਂਦੇ ਹਾਂ ਬੇਸਿਕ ਸਟਰੈਂਥ ਵੱਧਦੀ ਜਾਂਦੀ ਹੈ। ਜਿਹੜੇ ਸੋਲੂਸ਼ਨ ਦੀ ਪੀਐਚ 14 ਹੈ ਦੈਟ ਸੋਲੂਸ਼ਨ ਇਜ਼ ਹਾਈਲੀ basic in nature। और जे किसी सोल्यूशन की pH 7 है दैट सोल्यूशन इज कंसिडर न्यूट्रल इन नेचर, राइट। जे सानू पूछा जाए 5 ते 6 pH दे विचों किहड़ा सोल्यूशन ज़्यादा एसिडिक है वी विल से जिहदी pH 5 है। और जे सानू पूछा जाए 11 ते 12 दे विचों किहड़ा सोल्यूशन ज़्यादा बेसिक है दैन यू विल से जिहदी pH कितनी हैगी है 12। जे pH 7 बारे गल करेंगे तो वो सोल्यूशन असीं की कंसीडर करांगे, दो सोल्यूशनस आर कंसीडर्ड एज न्यूट्रल इन नेचर। सो ये साडे टॉपिक सी pH नाल रिलेटेड। होर भी चीज़ां जिहड़ियां आपां इहदे विच डिस्कस करनियां वो किहड़ियां चीज़ां इहदे दौरान आपां जिहड़ियां डिस्कस करनियां ओह राजे साडे कोल एक आ pH स्केल दित्ती हुई है, राइट। तो ये उपर जी हाइड्रोनियम आयन की कंसनट्रेशन मार्क की हुई है, नीचेली साइड पर pH स्केल दी हुई है। जिस तरह मैं बनाई है उदा भी बना सकते हो, जो तुम आ वाली स्केल ड्रॉ करना चाहते हो भी ड्रॉ कर सकते हो। सो 1 मोलर सोडियम हाइड्रोक्साइड की pH जी 14 मनी जाती है। ब्लड की pH जी 7.3 तो 7.5 के होंगी है। सलाइवा की pH 6.5 to 7.5। So pH of urine will be in the range of 5.5 to 7.5, whereas the pH of the milk is 6.8, beer 4 to 5, black coffee 5, tomato juice 4 तो लेके 4.5, सॉफ्ट ड्रिंक 3, विनेगर 2.4 तो 3.4, लेमन जूस 2.2 to 2.4 और 1 मोलर HCl की pH जी है 0 है। और ये जड़ियाँ तकरीबन pH वैल्यू एग्जाम्पल के केस के कंसीडर की जा सकती हैं। नैक्सट दिस क्वेश्चन इज अगेन वेरी वेरी इंपॉर्टेंट, इफेक्ट ऑफ टैंपरेचर ऑन pH वैल्यू। इफेक्ट ऑफ टैंपरेचर ऑन pH वैल्यू, जे असी किसी भी सोल्यूशन का टैंपरेचर वधा घटा दईए उहदी pH वैल्यू ते इहदा की असर पैंदा है। सो स्टूडेंट इफेक्ट ऑफ टैंपरेचर ऑन pH, सिंपली असी वाटर की आयोनाइजेशन ही कंसीडर करिए। वाटर की आयोनाइजेशन हाइड्रोनियम आयन वाटर दूसरा वाटर का मॉलिक्यूल सैल्फ आयोनाइजेशन, दिस इज ए रिवर्सिबल प्रोसैस। वाटर एक वीक इलैक्ट्रोलाइट है, यदि कंप्लीट आयोनाइजेशन नहीं होंगी तो यदा जो प्रोसैस है रिवर्सिबल है। साढ़े कोल हाइड्रोनियम आयन बननगे प्लस OH आयन बननगे, राइट। सो राजे इट इज़ ए रिवर्सिबल प्रोसैस, ठीक। और किसी भी चीज़ की जी आयोनाइजेशन है इट इज़ एन एंडोथर्मिक रिएक्शन। एंडोथर्मिक रिएक्शन मतलब जिन्हां दे विच हीट यूज होंदी है। तो एंडोथर्मिक थर्मिक रिएक्शन का जे असी टैंपरेचर वधा दईए तो टैंपरेचर वधाण दे नाल इहदी आयोनाइजेशन भी वध जाती है, ठीक है। कि एंडोथर्मिक रिएक्शनस दे विच हमेशा वो रिएक्शन फास्ट हुंदा जिहदे च हीट जिहड़ी आ यूज होवे टैंपरेचर वधाण दे नाल। तां टैंपरेचर वधाण दे नाल जिहड़ा इक्विलिब्रियम है फॉरवर्ड डायरैक्शन वल नूं शिफ्ट होना शुरू हो जांदा, जिहदे करके इहदे विच हाइड्रोनियम आयन दी कंसनट्रेशन जिहड़ी आ वधनी शुरू हो जांदी है। हाइड्रोनियम आयन की कंसनट्रेशन वधन का मतलब वो pH की होनी शुरू हो जाती है, घटनी शुरू हो जाती है, क्योंकि जी pH है इट इज़ इनवर्सली प्रपोर्शनल टू द कंसनट्रेशन ऑफ हाइड्रोनियम आयन। नैगेटिव लॉग लेने ना आप, इट इज़ इनवर्सली प्रपोर्शनल टू द कंसनट्रेशन ऑफ हाइड्रोनियम आयन। तो जे साडे कोल हाइड्रोनियम आयन की कंसनट्रेशन टैंपरेचर वधाण नाल वधूगी तो pH किसी भी सोल्यूशन की टैंपरेचर वधाण दे नाल घटूगी। सो एज द pH is inversely proportional to the temperature. So with rise in temperature there will be the decrease in the there will be an increase in the concentration of hydronium ion which will adversely affect the pH value of the solution, right? So this is all about the pH scale and pH value. और इस तो बाद असी होर जिहड़ा टॉपिक डिस्कस करना दैट इज़ इंडस्ट्रीयल एप्लीकेशन ऑफ pH।
ਇੰਡਸਟਰੀ ਦੇ ਵਿੱਚ ਪੀਐਚ ਵੈਲਿਊ ਕਿਸ ਤਰੀਕੇ ਦੇ ਨਾਲ ਯੂਜ਼ਫੁਲ ਹੁੰਦੀ ਆ। ਸੋ ਪਹਿਲਾਂ ਸਟੂਡੈਂਟ ਅਸੀਂ ਕਨਸੈਪਟ ਆਫ ਪੀਐਚ ਡਿਸਕਸ ਕੀਤਾ ਹੈ। ਹੁਣ ਜਿਹੜਾ ਅਗਲਾ ਟੌਪਿਕ ਆਪਾਂ ਡਿਸਕਸ ਕਰਨਾ ਹੈ ਦੈਟ ਇਜ਼ ਦ ਇੰਡਸਟਰੀਅਲ ਐਪਲੀਕੇਸ਼ਨ ਆਫ ਪੀਐਚ ਵੈਲਿਊ। ਸੋ ਇਸ ਟੌਪਿਕ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਡਿਸਕਸ ਕਰਨੀ ਹੈ, ਸੋ ਲੈਟ ਅਸ ਸੀ that is industrial application of pH. It is used in the chemical industry in controlling the reactions. ਕੈਮੀਕਲ ਇੰਡਸਟਰੀ ਦੇ ਵਿੱਚ ਅਸੀਂ ਪੀਐਚ ਨੂੰ ਵਧਾ ਘਟਾ ਕੇ ਰਿਐਕਸ਼ਨ ਰੇਟ ਨੂੰ ਇਫੈਕਟ ਕਰ ਸਕਦੇ ਹਾਂ। ਇਟ ਇਜ਼ ਯੂਜ਼ਫੁਲ ਇਨ ਦਾ ਐਗਰੀਕਲਚਰ ਇੰਡਸਟਰੀ ਟੂ ਨੋ ਦਾ ਐਸਿਡਿਕ ਔਰ ਬੇਸਿਕ ਨੇਚਰ ਆਫ ਦਾ ਸੋਇਲ। ਸੋਇਲ ਦੀ ਪੀਐਚ ਨੋਟ ਕਰਕੇ ਜਿਹੜੀ ਆ ਕਾਫੀ ਜ਼ਿਆਦਾ ਫਸਲਾਂ ਦੀ ਪ੍ਰੋਡਕਸ਼ਨ ਨੂੰ ਇਫੈਕਟ ਕਰਦੀ ਹੈ। ਇਸ ਕਰਕੇ ਜਦੋਂ ਸੋਇਲ ਦੀ ਕੁਆਲਿਟੀ ਜਿਹੜੀ ਆ ਉਹ ਸਟੱਡੀ ਕੀਤੀ ਜਾਂਦੀ ਹੈ ਤਾਂ ਉੱਥੇ ਅਸੀਂ ਸੋਇਲ ਦੀ ਪੀਐਚ ਵੈਲਿਊ ਵੀ ਸਟੱਡੀ ਕਰਦੇ ਹਾਂ। Right, it is useful in the preparation of drug and medicines. ਸੋ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਪੀਐਚ ਕਾਫੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਟ ਇਜ਼ ਯੂਜ਼ਫੁਲ ਟੂ ਨੋ ਪੀਐਚ ਆਫ ਵਾਟਰ ਸੋ ਐਸ ਟੂ ਚੈੱਕ ਦਾ ਕੁਆਲਿਟੀ ਆਫ ਵਾਟਰ। ਸੋ ਪਾਣੀ ਦੀ ਪੀਐਚ ਵੀ ਕੰਟਰੋਲ ਰੱਖਣਾ ਜ਼ਰੂਰੀ ਹੁੰਦਾ। ਨਾ ਤਾਂ ਅਸੀਂ ਜ਼ਿਆਦਾ ਐਸਿਡਿਕ ਵਾਟਰ ਪੀ ਸਕਦੇ ਹਾਂ ਔਰ ਨਾ ਹੀ ਜ਼ਿਆਦਾ ਐਲਕੇਲਾਈਨ ਖਾਰਾ ਪਾਣੀ ਪੀ ਸਕਦੇ ਹਾਂ। ਇਟ ਇਜ਼ ਯੂਜ਼ਫੁਲ ਟੂ ਨੋ ਦਾ ਐਸਿਡਿਕ ਔਰ ਬੇਸਿਕ ਨੇਚਰ ਆਫ ਆਵਰ ਬਲੱਡ ਐਂਡ ਯੂਰਿਨ। ਸੋ ਇੱਥੇ ਵੀ ਪੀਐਚ ਜਿਹੜੀ ਹੈ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸਾਡੀ ਬਲੱਡ ਦੀ ਪੀਐਚ ਆਲਰੇਡੀ ਅਸੀਂ ਦੱਸਿਆ ਕਿ ਇਹ 7.3 ਤੋਂ ਲੈ ਕੇ 7.5 ਦੇ ਵਿੱਚ ਲਾਈ ਕਰਦੀ ਆ। ਇਸੇ ਤਰ੍ਹਾਂ ਯੂਰਿਨ ਜੇ ਹੈ ਇਹਦੀ ਐਸਿਡਿਕ ਨੇਚਰ ਜੇ ਜ਼ਿਆਦਾ ਵੱਧ ਜਾਵੇ ਤਾਂ ਇਹਦੇ ਨਾਲ ਵੀ ਸਾਡੇ ਕੋਲ ਪ੍ਰੋਬਲਮਸ ਆਉਂਦੀਆਂ। ਸੋ ਇਹਨਾਂ ਦੀ ਵੀ ਪੀਐਚ ਜਿਹੜੀ ਆ ਉਹ ਕੰਟਰੋਲਡ ਹੋਣੀ ਚਾਹੀਦੀ ਹੈ। ਇਟ ਇਜ਼ ਯੂਜ਼ਫੁਲ ਇਨ sealing appropriate indicator in acidic and basic titration. So pH titration ਜਿਹੜੀਆਂ ਹੈ ਉਹਨਾਂ ਦੇ ਵਿੱਚ ਵੀ ਸੋਲਿਊਸ਼ਨ ਦੀ ਜਿਹੜੀ ਪੀਐਚ ਵੈਲਿਊ ਹੈ ਉਹ ਕਾਫੀ ਇੰਪੋਰਟੈਂਟ ਰੋਲ ਜਿਹੜਾ ਹੈ ਪਲੇ ਕਰਦੀ ਹੈ। ਸੋ ਐਸਿਡ ਬੇਸ ਟਾਈਟਰੇਸ਼ਨ ਦੇ ਵਿੱਚ ਸਾਰਾ ਇਹ ਵੀ ਰਿਐਕਸ਼ਨ ਜਿਹੜਾ ਪੀਐਚ ਕੰਟਰੋਲਡ ਹੁੰਦਾ ਹੈ। ਦੈਨ ਸਾਡੇ ਕੋਲ ਰਾਜੇ ਇਸ ਤੋਂ ਬਾਅਦ ਅਸੀਂ ਜਿਹੜੀ ਟੌਪਿਕ ਹੋ ਰਿਹਾ ਡਿਸਕਸ ਕਰਨਾ ਦਿਸ ਇਜ਼ ਇੰਡਸਟਰੀਅਲ ਐਪਲੀਕੇਸ਼ਨ ਆਫ ਪੀਐਚ। ਦੈਨ ਅਗਲਾ ਟੌਪਿਕ ਹੈ ਦੈਟ ਇਜ਼ ਦਾ ਇਹ ਵੀ ਇੰਡਸਟਰੀਅਲ ਐਪਲੀਕੇਸ਼ਨ ਆਫ ਪੀਐਚ ਦੇ ਵਿੱਚ ਹੀ ਆ ਜਾਂਦਾ ਹੈ। ਪੀਐਚ ਹੈਜ਼ ਗ੍ਰੇਟਰ ਇੰਪੋਰਟੈਂਸ ਇਨ ਪੇਪਰ ਇੰਕ ਐਂਡ ਡਾਈ ਪੇਂਟ ਇੰਡਸਟਰੀਜ਼। The control of pH of medium is very important in the preservation of food. ਜੇ food preserve ਕਰਨਾ ਉੱਥੇ ਵੀ pH ਕਾਫੀ important role play ਕਰਦੀ ਹੈ। Electroplating. To have a smooth layer of electroplated substance, the pH of the electrolyte is properly adjusted. ਸੋ ਜਦੋਂ ਅਸੀਂ ਇਲੈਕਟ੍ਰੋਪਲੇਟਿੰਗ ਕਰਦੇ ਆ ਇੱਕ ਮੈਟਲ ਦੀ ਪਰਤ ਦੂਸਰੀ ਮੈਟਲ 'ਤੇ ਚੜਾਉਂਦੇ ਆ, ਜਿਸ ਤੁਹਾਨੂੰ ਉਹਦੀ ਜਿਹੜੀ ਕੋਟਿੰਗ ਹੈ ਸਮੂਥ ਚਾਹੀਦੀ ਆ ਉੱਥੇ ਵੀ ਪੀਐਚ ਜਿਹੜੀ ਹੈ ਕਾਫੀ ਇੰਪੋਰਟੈਂਟ ਰੋਲ ਪਲੇ ਕਰਦੀ ਆ। ਕਰੋਜ਼ਨ pH of effluent from the industry should be adjusted such that it should be less than 7. pH of the effluents from the industry ਦੇ ਵਿੱਚੋਂ ਕੋਈ ਜਿਹੜਾ ਵੇਸਟ ਮਟੀਰੀਅਲ ਨਿਕਲਦਾ ਹੈ ਉਹਦੀ ਵੀ ਜਿਹੜੀ pH ਹੈ ਉਹ ਪ੍ਰੋਪਰਲੀ ਐਡਜਸਟ ਕਰਨੀ ਚਾਹੀਦੀ ਹੈ। that should be less than 7. scale formation in boilers. ਬੋਇਲਰ ਦੇ ਵਿੱਚ ਜਿਹੜੀ ਸਕੇਲ ਫਾਰਮੇਸ਼ਨ ਹੁੰਦੀ ਆ ਮਤਲਬ ਬੋਇਲਰ ਫੀਡ ਵਾਟਰ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜਾ ਬੋਇਲਰ ਹੈ ਉਹਨਾਂ ਦੇ ਵਿੱਚ ਨਾਰਮਲੀ ਸਕੇਲ ਬਣ ਜਾਂਦੇ ਆ, ਪੇਪੜੀਆਂ ਬਣ ਜਾਂਦੀਆਂ। ਸਕੇਲ ਫਾਰਮੇਸ਼ਨ ਇਨ ਬੋਇਲਰ ਸ਼ੁੱਡ ਬੀ ਅਵੋਇਡਡ ਬਾਈ ਐਡਜਸਟਿੰਗ ਇਟਸ ਪੀਐਚ ਵੈਲਿਊ। ਤਾਂ ਸਕੇਲ ਫਾਰਮੇਸ਼ਨ ਨੂੰ ਵੀ ਅਸੀਂ ਰੋਕ ਸਕਦੇ ਹਾਂ ਜੇ ਅਸੀਂ ਉਹਦੀ ਪੀਐਚ ਜਿਹੜੀ ਆ ਉਹ ਕਿਉਂਕਿ ਜਿਹੜੀ ਸਕੇਲ ਆ ਉਹ ਬੇਸਿਕ ਨੇਚਰ ਦੀ ਹੁੰਦੀ ਆ ਤਾਂ ਉਹਦੀ ਪੀਐਚ ਨੂੰ 7 ਨਾਲੋਂ ਘੱਟ ਕਰਕੇ ਅਸੀਂ ਸਕੇਲ ਫਾਰਮੇਸ਼ਨ ਨੂੰ ਰੋਕ ਸਕਦੇ ਹਾਂ। ਨਿਊਕਲੀਅਰ ਰਿਐਕਟਰ ਇਨ ਨਿਊਕਲੀਅਰ ਰਿਐਕਟਰ ਵਾਟਰ ਇਜ਼ ਐਕਟਿੰਗ ਐਜ਼ ਅ ਕੂਲੈਂਟ ਐਂਡ ਇਟਸ ਹੀਟ ਰਿਮੂਵਿੰਗ ਕਪੈਸਿਟੀ ਡਿਪੈਂਡਸ ਅਪੋਨ ਇਟਸ ਪੀਐਚ ਵੈਲਿਊ। ਦਿਸ ਇਜ਼ ਅਗੇਨ ਵੈਰੀ ਇੰਪੋਰਟੈਂਟ ਪੁਆਇੰਟ ਕਿ ਨਿਊਕਲੀਅਰ ਰਿਐਕਟਰ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਪਾਣੀ ਨੂੰ ਐਜ਼ ਅ ਕੂਲੈਂਟ ਅਸੀਂ ਯੂਜ਼ ਕਰਦੇ ਹਾਂ, ਰਾਈਟ। ਐਂਡ ਇਟਸ ਹੀਟ ਰਿਮੂਵਿੰਗ ਕਪੈਸਿਟੀ ਮਤਲਬ ਜਿਹੜੀ ਨਿਊਕਲੀਅਰ ਰਿਐਕਟਰ ਦੇ ਦੌਰਾਨ ਹੀਟ ਪੈਦਾ ਹੁੰਦੀ ਆ ਪਾਣੀ ਦੀ ਹੀਟ ਰਿਮੂਵਿੰਗ ਕਪੈਸਿਟੀ ਨੂੰ ਅਸੀਂ ਵਧਾ ਸਕਦੇ ਆ ਉਹਦੀ ਪੀਐਚ ਵੈਲਿਊ ਨੂੰ ਕੰਟਰੋਲ ਕਰ ਸਕੇ। ਸੋ ਇਹ ਸੀ ਰਾਜੇ ਜਿਹੜਾ ਟੌਪਿਕ ਹੈ ਸਾਡੇ ਸਿਲੇਬਸ ਦੇ ਵਿੱਚ ਜਿਹਨੂੰ ਅਸੀਂ ਨਾਮ ਕੀ ਦਿੱਤਾ ਸੀ ਦੈਟ ਇਜ਼ ਨੋਨ ਐਜ਼ ਦਾ ਪੀਐਚ ਵੈਲਿਊ ਔਰ ਪੀਐਚ ਸਕੇਲ।
ਸੋ ਇਸ ਤੋਂ ਬਾਅਦ ਆਪਾਂ ਇਸੇ ਟੌਪਿਕ ਦੇ ਨਿਊਮੈਰੀਕਲ ਕਰਾਂਗੇ, ਉਹ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰੂੰਗੀ। ਥੈਂਕ ਯੂ ਵੈਰੀ ਮਚ ਸਟੂਡੈਂਟਸ।